हेलो स्टूडेंट्स, हाउ आर यू। वेलकम टू योर बॉटनी लैक्चर। बेटा अज आप स्टार्ट करांगे टोपोग्राफिक फैक्टर्स। हुण टोपोग्राफी की हुंदी आ सरफेस फीचर्स ऑफ अर्थ या किसी भी लैंड के जदों असी फीचर्स सरफेस दे स्टडी करते हैं उन्होंने आपां कहने आ टोपोग्राफी। टोपोग्राफिक इन्फ्लुएंस जिहड़ा किसी भी एरिया के क्लाइमेट ते पैंदा आ ਉਹਨੂੰ ਅਸੀਂ डिटरमाइन कर सकते हैं बाय इंट्रैक्शन ऑफ सोलर रेडिएशन, टैंपरेचर मेजर करके, ह्यूमिडिटी नाप के, रेनफॉल नाप के, लैटीट्यूड एल्टीट्यूड देख के। ये ਜਿਹੜੇ फैक्टर्स आ ये अफैक्ट करते आ वैजीटेशन ਨੂੰ है ना। जिमें जिमें जिथे जिथे क्लाइमेट वेरी करूगा उस तरह की वैजीटेशन होएगी। ਸਮੋਲ ਏਰੀਆ ਇਹ ਆਪਾਂ ਕਲਾਈਮੈਟਿਕ ਫੈਕਟਰਸ 'ਚ ਥੋੜ੍ਹਾ ਜਿਹਾ ਦੇਖਿਆ ਵੀ ਸੀ ਕਿ ਜੇ ਅਸੀਂ ਪਰਟੀਕੂਲਰ ਏਰੀਆ ਦਾ ਸਟੱਡੀ ਕਰਨਾ ਆ, ਮੰਨ ਲਓ ਜਿਹੜੀ ਤੁਸੀਂ ਕਲੋਨੀ 'ਚ ਰਹਿੰਦੇ ਆ ਜਾਂ ਜਿਹੜੇ ਪਿੰਡ 'ਚ ਰਹਿੰਦੇ ਆ, ਜਿਹੜੇ ਸਿਟੀ 'ਚ ਰਹਿੰਦੇ ਆ, ਅਗਰ ਆਸ-ਪਾਸ ਦਾ ਕਲਾਈਮੇਟ ਤੁਸੀਂ ਮੇਜਰ ਕਰਦੇ ਆ, ਐਨਾਲਿਸਿਸ ਕਰਦੇ ਆ ਤਾਂ ਉਹ ਹੋ ਗਿਆ ਮਾਈਕਰੋ ਕਲਾਈਮੇਟ। ਅਤੇ ਈਵਨ ਜਿੱਦਾਂ पर्टिकुलर एरिया च असी क्लाइमेटिक फैक्टर्स भी देखने आ तो की सॉयल कंडीशनस आ, ये सारिया चीज़ों का अल्टीमेटली अफैक्ट पैंदा है वैजीटेशन ते। तो आपां अफैक्ट ऑन वैजीटेशन दे रिगार्डिंग असी या इन्वायरमेंट दे रिगार्डिंग ये टॉपिक्स जिहड़े आ पढ़ रहे हैं। हुण टोपोग्राफिक फैक्टर्स है कि ਕਿਹੜੇ ਕਿਹੜੇ ਹੁੰਦੇ ਹਨ। ਇਹ ਹੁੰਦਾ ਆ ਲੈਟੀਟਿਊਡ, ਐਲਟੀਟਿਊਡ, ਡਾਇਰੈਕਸ਼ਨ ਆਫ ਮਾਊਂਟੇਨਸ ਅਤੇ ਸਟੀਪਨੈਸ ਆਫ ਦਾ ਮਾਊਂਟੇਨਸ। ਜਿਵੇਂ ਹੁਣ ਆਹ ਇੱਥੇ ਪੀਕ 'ਤੇ ਅਲੱਗ ਕੰਡੀਸ਼ਨਸ ਹੋਣੀਆਂ ਆ, ਇੱਥੇ ਮਿਡਲ ਜਿਹੇ ਸਲੋਪ 'ਤੇ ਅਲੱਗ ਹੋਣੀਆਂ ਆ, ਪਲੇਨ ਏਰੀਆਜ਼ 'ਚ ਅਲੱਗ ਕੰਡੀਸ਼ਨਸ ਹੁੰਦੀਆਂ ਆ। ਤਾਂ ਇਹ ਸਾਰੇ ਜਿਹੜੇ ਹੈਗੇ ਆ ਜਿਹੜੇ ਅਸੀਂ ਮਾਊਂਟੇਨਸ ਵਗੈਰਾ ਦੇ ਰਿਗਾਰਡਿੰਗ ਜਾਂ ਲੈਟੀਟਿਊਡ, ਆਲਟੀਟਿਊਡ, ਸੀ ਲੈਵਲ ਤੋਂ ਕਿੰਨਾ ਕੁ ਉੱਪਰ ਆ, ਇਕੁਏਟਰ ਤੋਂ ਕਿੰਨਾ ਕੁ ਡਿਸਟੈਂਸ ਆ ਅਤੇ ਕਿੱਥੇ ਕਿੱਥੇ ਕਿੱਦਾਂ ਦੀ ਵੈਜੀਟੇਸ਼ਨ ਆ, ਕਿਹੜੇ ਕਿਹੜੇ ਫੈਕਟਰਸ ਰੋਲ ਪਲੇ ਕਰਦੇ ਆ, ਦੇ ਆਰ ਦਾ ਟੋਪੋਗ੍ਰਾਫਿਕ ਫੈਕਟਰਸ। ਹੁਣ ਪਹਿਲਾਂ ਸਭ ਤੋਂ ਅਸੀਂ ਪੜ੍ਹਾਂਗੇ ਲੈਟੀਟਿਊਡ ਐਂਡ ਆਲਟੀਟਿਊਡਸ। ਲੈਟੀਟਿਊਡ ਕੀ ਹੁੰਦਾ ਆ ਬੇਟਾ, ਇਹ ਹੁੰਦੇ ਆ, ਇਹ ਰਿਪਰੈਜ਼ੈਂਟ ਕਰਦਾ ਆ ਡਿਸਟੈਂਸ ਫਰੋਮ ਦਾ ਇਕੁਏਟਰ। ਤੁਸੀਂ ਸਾਰਿਆਂ ਨੇ ਗਲੋਬ ਦੇਖਿਆ ਆ ਅਤੇ ਆ ਜਿਹੜੀ ਸੈਂਟਰ ਵਾਲੀ ਲਾਈਨ ਆ ਇਹਨੂੰ ਆਪਾਂ ਕਹਿੰਦੇ ਆ ਇਕੁਏਟਰ। ਤਾਂ ਲੈਟੀਟਿਊਡ ਜਿਹੜਾ ਆ ਉਹ ਇਕੁਏਟਰ ਤੋਂ ਕਿੰਨਾ ਡਿਸਟੈਂਸ ਹੈ, ਇੱਧਰ ਨੂੰ ਲਗਾ ਲਓ, ਇੱਧਰ ਨੂੰ ਲਗਾ ਲਓ, ਇੱਦਾਂ ਲਗਾ ਲਓ, ਇੱਦਾਂ ਲਗਾ ਲਓ, ਡਾਇਗਨਲੀ ਲਗਾ ਲਓ। ਤਾਂ ਇਹ ਜਿਹੜੇ ਹੈਗੇ ਆ ਇਹਨੂੰ ਅਸੀਂ ਕਹਿੰਦੇ ਆ ਲੈਟੀਟਿਊਡ। ਟੈਂਪਰੇਚਰ ਜਿਹੜੀ ਵੈਲਿਊਸ ਆ ਜਾਂ ਕਹਿ ਸਕਦੇ ਹਾਂ ਟੈਂਪਰੇਚਰ ਮੈਕਸੀਮਮ ਹੁੰਦਾ ਆ ਇਕੁਏਟਰ 'ਤੇ। ਅਤੇ ਜਿੱਦਾਂ ਜਿੱਦਾਂ ਪੋਲਸ ਵੱਲ ਨੂੰ ਜਾਈ ਜਾਣਾ ਆ, ਜਿੱਦਾਂ ਇਕੁਏਟਰ ਆ, ਆਹ ਪੋਲਸ ਆ, ਤਾਂ ਜਿਵੇਂ ਜਿਵੇਂ ਵੀ ਪੋਲਸ 'ਤੇ ਆਪਾਂ ਦੇਖਦੇ ਹਾਂ ਜਾਂ ਇਕੁਏਟਰ ਤੋਂ ਪੋਲਸ ਵੱਲ ਨੂੰ ਮੂਵ ਕਰਦੇ ਹਾਂ ਤਾਂ ਇਹ ਜਿਹੜਾ ਟੈਂਪਰੇਚਰ ਆ ਉਹ ਡਿਕਰੀਜ਼ ਹੁੰਦਾ ਜਾਂਦਾ ਆ। ਅਲੱਗ ਅਲੱਗ ਤਰ੍ਹਾਂ ਦੀ ਵੈਜੀਟੇਸ਼ਨ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਫਰੋਮ ਇਕੁਏਟਰ ਟੂ ਪੋਲਸ। ਕਿਸੇ ਵੀ ਪੋਲ ਵੱਲ ਨੂੰ ਮੂਵ ਕਰ ਜਾਓ ਤਾਂ ਇਕੁਏਟਰ 'ਤੇ ਸੈਂਟਰ 'ਚ ਵੈਜੀਟੇਸ਼ਨ ਅਲੱਗ ਹੋਏਗੀ। ਨੋ ਡਾਊਟ ਉੱਥੇ ਕਲਾਈਮੈਟਿਕ ਫੈਕਟਰਸ, ਟੈਂਪਰੇਚਰ ਹੋਇਆ, ਰੇਨਫॉल ਹੋਇਆ, ਹਿਊਮਿਡਿਟੀ ਹੋਈ, ਮੋਇਸਚਰ ਹੋਈ, ਸਾਰੇ ਅਲੱਗ ਅਲੱਗ ਹੋਣਗੇ ਅਤੇ ਇਹੀ ਫੈਕਟਰਸ ਡਿਟਰਮਾਈਨ ਕਰਦੇ ਆ ਕਿ ਕਿਵੇਂ ਦੀ ਵੈਜੀਟੇਸ਼ਨ ਹੋ ਸਕਦੀ ਆ ਉਸ ਪਰਟੀਕੂਲਰ ਏਰੀਆ 'ਚ। ਇਹ ਲੈਟੀਟਿਊਡ 'ਤੇ ਦੱਸੀ ਹੋਈ ਆ, ਲੈਟੀਟਿਊਡ ਐਲਟੀਟਿਊਡ 'ਤੇ ਕਿੱਦਾਂ ਦੀ ਵੈਜੀਟੇਸ਼ਨ ਹੁੰਦੀ ਆ। ਹੁਣ ਹਾਈਟ ਅਬਵ ਦਾ ਸੀ ਲੈਵਲ ਫੋਰਮਸ ਦਾ ਐਲਟੀਟਿਊਡ। ਐਲਟੀਟਿਊਡ ਕੀ ਆ, ਮੈਂ ਪਹਿਲਾਂ ਵੀ ਦੱਸਿਆ ਹੈ ਕਿ ਸੀ ਲੈਵਲ ਤੋਂ ਆਪਾਂ ਕਿੰਨਾ ਕੁ ਉੱਪਰ ਸਾਡਾ ਏਰੀਆ ਪ੍ਰੈਜੈਂਟ ਆ ਜਾਂ ਆਪਾਂ ਕਿੰਨੇ ਕੁ ਉੱਪਰ ਰਹਿੰਦੇ ਹਾਂ, ਇਹਨੂੰ ਆਪਾਂ ਕਹਿੰਦੇ ਆ ਆਲਟੀਟਿਊਡ। ਇਹ ਤੁਹਾਨੂੰ ਡੈਫੀਨੇਸ਼ਨ ਵੀ ਪੁੱਛ ਸਕਦੇ ਆ 1 ਮਾਰਕ 'ਚ, ਤਾਂ ਤੁਸੀਂ ਯਾਦ ਰੱਖਣਾ ਆ। ਹਾਈ ਐਲਟੀਟਿਊਡਸ 'ਤੇ ਹੁਣ ਤੁਸੀਂ ਦੇਖਿਆ ਹੋਣਾ ਆ ਕਿ ਵਿੰਡ ਵੈਲੋਸਿਟੀ ਜਿਹੜੀ ਆ ਉਹ ਹਾਈ ਰਹਿੰਦੀ ਆ, ਟੈਂਪਰੇਚਰ, ਏਅਰ ਪ੍ਰੈਸ਼ਰ ਜਿਹੜੇ ਉਹ ਡਿਕਰੀਜ਼ਡ ਹੁੰਦੇ ਆ, ਵਾਈਲ ਹਿਊਮਿਡਿਟੀ, ਇੰਟੈਂਸਿਟੀ ਆਫ ਲਾਈਟ ਇਨਕਰੀਜ਼ ਹੁੰਦੇ ਆ। ਤਾਂ ਇਹਨਾਂ ਫੈਕਟਰਸ ਦੇ ਕਾਰਨ ਜਿਹੜੀ ਵੈਜੀਟੇਸ਼ਨ ਆ ਉਹ ਡਿਫਰੈਂਟ ਹੁੰਦੀ ਆ ਐਲਟੀਟਿਊਡਸ 'ਤੇ
अलग अलग तरह की वैजीटेशन सानू देखण नूं मिलदी है अलग अलग अल्टीट्यूड्स ते। फिर बेटा सैकेंड जिहड़ा फैक्टर हैगा वो हैगा डायरैक्शन ऑफ माउंटेन्स कि किधर नूं माउंटेन्स है, नॉर्थ वल नूं आ, साउथ वल नूं आ। जिहड़े माउंटेन्स या हिल्स दे मूँह हुंदे आ नॉर्थ और साउथ वल नूं, उत्थे डिफरेंट फ्लोरा एंड फना हुंदा है बिकॉज उत्थे ह्यूमिडिटी, रेनफॉल, लाइट इंटेंसिटी, लाइट ड्यूरेशन, किन्नी क लाइट आंदी आ, किवें किन्ना टैंपरेचर हैगा आ, तो इन्हां सारियां ते ही डिपेंड करदी आ वैजीटेशन ऑन दोस माउंटेन्स। फिर बेटा दो टॉपिक्स है, डेफिनेशन आ, यह वेरी वेरी इंपॉर्टेंट है, तुहानूं किते भी पुछ सकदे आ, कंपीटीशन च भी पुछ सकदे आ। फर्स्ट इज़ ईकोटोन। ईकोटोन की हुंदा आ ट्रांजिशन जोन बिटवीन टू ईकोसिस्टम। जिवें हुण आ फॉरेस्ट आ ते इत्थे आ घाह दे मैदान आ, ग्रासलैंड आ, एक फॉरेस्ट ईकोसिस्टम हो गया, एक ग्रासलैंड ईकोसिस्टम हो गया। तो जिहड़ा विचकार वाला एरिया आ ट्रांजिशन जोन, मतलब जिथे दो ईकोसिस्टम्स आपस च जुड़े हुए आ या कह लो दोनों दे बॉर्डर एरियाज जिहड़े हैगे, जिवें अपना इंडिया और पाकिस्तान दा बॉर्डर आ, तो इत्थे जिहड़ी वैजीटेशन भी डिफरेंट होएगी, एनीमल्स भी डिफरेंट होणगे, क्लाइमेटिक फैक्टर्स, बायोटिक फैक्टर्स, सारा कुछ अलग अलग हुंदा। तो इहनूं असी जोन एरिया जिहड़ा हुंदा ट्रांजिशन जोन, इहनूं आपां कहने ईकोटोन। फिर एज इफैक्ट की हुंदा आ, हुण जिहड़े स्पीशीज़ ईकोटोन एरिया दे विच प्रैजेंट हुंदे आ, क्योंकि उत्थे मैं दस्सिया कि इन्वायरमेंटल कंडीशन भी वेरी हो सकदियां, दोनों तरह दे हैबिटेट्स दा इत्थे थोड़ा थोड़ा कोई इन्वायरमेंटल फैक्टर्स दा असर हो सकदा आ। तो इत्थे जिहड़ी ट्रांजिशन जोन च जिहड़े स्पीशीज़ या पॉपूलेशन प्रैजेंट हुंदी आ, इहनूं आपां कहने आ एज इफैक्ट। जिवें आउल इन द ईकोटोन एरिया बिटवीन फॉरेस्ट एंड ग्रासलैंड, तो हो सकता है कि इस आउल दे विच थोड़े बहुत करैक्टर्स, कलर च फर्क हो सकता है, ओहदे जिहड़ी स्पीच है, बोलन दा तरीका आ वो डिफरेंट हो सकता है, हैबिटेट खान दा सॉरी बिहेवियरल एक्टिविटीज़ होंदियां थोड़ियां बहुत डिफरेंट हो सकदियां। ये तो दो डेफिनेशन सीगियां विच। हुण जिहड़े दो फेसिस हुंदे आ माउंटेन्स दे या हिल्स दे, उत्थे अलग अलग तरह दे, देखो जे सूरज इधरों चढ़िया आ, मीनस माउंटेन दे इस पासे ज़्यादा सूरज हैगा आ, तो तुहानूं भी पता ही है कि इधर लाइट इंटेंसिटी अलग होएगी, इधर लाइट इंटेंसिटी अलग होएगी। अगर विंड डायरैक्शन, रेनफॉल इधर लिया, विंड दी डायरैक्शन ते डिपेंड करदी है रेनफॉल भी, तो इस पासे रेनफॉल घट होएगी। अगर इत्थे ज़्यादा ठंड आ, लो टैंपरेचर आ, हो सकता है इस पासे थोड़ा जिहा मीडियम टैंपरेचर होवे, मॉडरेट या फिर हाई टैंपरेचर होवे। तो दोनों फेसिस ते इक्को जिहियां कंडीशन नहीं रहनियां, वन साइड ते अलग कंडीशनस होणगियां, सैकेंड साइड ते अलग कंडीशनस होणियां। सेम वे जिहड़ी आह टिप आ माउंटेन दी, पीक आ, इत्ते अलग कंडीशनस होणियां आ, इन्हां नीचे जिद्दां जिद्दां आई जाओगे वो अलग कंडीशनस होणियां, या फिर नीचे तो जदों उप्पर नूं वधना आ तो हर जगह तुहानूं अलग अलग कंडीशनस मिलणगीਆਂ। जिवें हुण हेमकुंड साहब तुहाडे चों कोई गया होवे या माता वैष्णो जी दे कोई गया होवे, है ना, केदारनाथ, बद्रीनाथ, तो उन्हां नूं पता आ जिद्दां जिद्दां उन्हां ने प्लेन एरिया तो उप्पर जाना, उपरों नीचे आना, किवें किवें दे कंडीशनस मिलदियां। ते हर जगह प्लांट्स होए, एनीमल्स होए, अलग अलग तरह दे हुंदे आ। तो जिहड़ी दो फेसिस विंडवर्ड रीजन पोजैसिस, जिद्दां नूं विंड होएगी ज़्यादा, वो उत्थे गुड वैजीटेशन होएगी क्योंकि उत्थे रेनफॉल हैवी हो सकती है। लीवर्ड मतलब जिद्दां नूं विंड दी डायरैक्शन नहीं हैगी, घट हवा हुंदी है जिस पासे सूरज की रोशनी घट पहुँचती है, लीवर्ड रीजन, उत्थे पुअर वैजीटेशन होएगी क्योंकि रेनफॉल हो सकता है उत्थे कमी होवे, घट पैंदी होवे।
ਸਿਮਿਲਰਲੀ ਇਨ ਦ ਸੋਇਲ ਆਫ ਇਕੁਐਟਿਕ ਬੋਡੀਜ਼, ਜਿਵੇਂ ਪੌਂਡ ਹੋ ਗਿਆ, ਲੇਕਸ ਹੋ ਗਏ, ਸਮੁੰਦਰ ਹੋ ਗਿਆ, ਇਹਨਾਂ ਦੇ ਵਿੱਚ ਸੈਂਟਰ ਐਂਡ ਐਜ, ਮਤਲਬ ਪੌਂਡ ਦਾ ਸੈਂਟਰ ਅਤੇ ਜਿਹੜਾ ਕਿਨਾਰੇ ਵਾਲਾ ਏਰੀਆ ਆ, ਸੈਂਟਰ 'ਚ ਅਲੱਗ ਡੈਪਥ ਹੁੰਦੀ ਆ ਪਾਣੀ ਦੀ, ਅਤੇ ਜਿਹੜਾ ਕਿਨਾਰਾ ਆ ਉੱਥੇ ਅਲੱਗ ਡੈਪਥ ਹੁੰਦੀ ਆ। ਮਿੱਟੀ ਵੀ ਸੈਂਟਰ ਦੇ ਵਿੱਚ ਥੋੜ੍ਹੀ ਡੂੰਘੀ ਹੋਣੀ ਆ, ਔਰ ਕਿਨਾਰੇ 'ਤੇ ਥੋੜ੍ਹੀ ਉੱਪਰ ਹੀ ਹੋਣੀ ਆ ਕਿ ਤੁਸੀਂ ਪੈਰ ਰੱਖ ਕੇ ਉੱਥੇ ਖੜ ਸਕਦੇ ਆ ਜਾਂ ਦੇਖ ਸਕਦੇ ਹਾਂ ਆਪਾਂ ਕਿ ਕਿੰਨੀ ਕੁ ਡੈਪਥ ਹੈਗੀ ਆ। ਅਤੇ ਇਹ ਸਾਰੀ ਜਿਹੜੀ ਆ ਉਹ ਹੁਣ ਪਾਣੀ ਦੀ ਜਿਹੜੀ ਵੇਵ ਆ ਉਹ ਵੀ ਡਿਪੈਂਡ ਕਰੂਗੀ, ਜਿੱਧਰ ਨੂੰ ਸਲੋਪ ਹੁੰਦੀ ਆ ਉੱਧਰ ਨੂੰ ਪਾਣੀ ਜ਼ਿਆਦਾ ਮੂਵ ਕਰਦਾ ਆ। ਇਸ ਕਰਕੇ ਡਿਫਰੈਂਟ ਪਾਰਟਸ ਆਫ ਸੇਮ ਏਰੀਆ ਮੇ ਪੋਜੈਸਿਸ ਡਿਫਰੈਂਟ ਸਪੀਸ਼ੀਜ਼ ਆਫ ਔਰਗੈਨਿਜ਼ਮ। ਤਾਂ ਹੁਣ ਪੌਂਡ ਵਗੈਰਾ ਦੇ ਵਿੱਚ ਵੀ ਇਹ ਨਹੀਂ ਹੈਗਾ ਕਿ ਕਿਨਾਰੇ 'ਤੇ ਜਿਹੜਾ ਪੌਦਾ ਪ੍ਰੈਜੈਂਟ ਆ, ਹੋ ਸਕਦਾ ਉਹ ਤੁਹਾਨੂੰ ਸੈਂਟਰ 'ਚ ਨਾ ਮਿਲੇ, ਸੈਂਟਰ 'ਚ ਕੋਈ ਨਵਾਂ ਹੀ ਪੌਦਾ, ਕੋਈ ਨਵਾਂ ਵਾਈਲਡ ਸਪੀਸ਼ੀਜ਼ ਜਾਂ ਕੋਈ ਨਵੀਂ ਫਿਸ਼ ਵੈਰਾਈਟੀ ਮਿਲੇ, ਇੱਥੇ ਹੋਰ ਵੈਰਾਈਟੀ ਹੋਵੇ। ਤਾਂ ਇਹ ਡਿਪੈਂਡ ਕਰਦਾ ਆ ਕਿਉਂਕਿ ਹਰ ਜਗ੍ਹਾ ਕਲਾਈਮੇਟਿਕ ਐਡੀਫਿਕ ਫੈਕਟਰ ਜਿਹੜੇ ਉਹ ਚੇਂਜ ਹੁੰਦੇ ਆ, ਤਾਂ ਹੀ ਕਰਕੇ ਵੈਜੀਟੇਸ਼ਨ ਵੀ ਫਰਕ ਹੁੰਦੀ ਆ। ਹੁਣ ਤੁਸੀਂ ਖੇਤਾਂ 'ਚ ਵੀ ਜਿਹੜੇ ਪਿੰਡਾਂ 'ਚ ਰਹਿੰਦੇ, ਅਗਰ ਸਾਗ ਲੈਣ ਜਾਓ ਤਾਂ ਤੁਹਾਨੂੰ ਤੁਸੀਂ ਦੇਖਦੇ ਆ ਕਿਨਾਰਿਆਂ 'ਤੇ ਹੋ ਸਕਦਾ ਹੈ ਕਿ ਗਰੋਥ ਘੱਟ ਹੋਵੇ, ਉਹਦੇ ਨਾਲ ਵਾਈਲਡ ਬੂਟੀ ਜਿਹੜੀ ਅਲੱਗ ਤਰ੍ਹਾਂ ਦੀ ਹੋਵੇ। ਖੇਤ ਦੇ ਸੈਂਟਰ ਦੇ ਵਿੱਚ ਹੋ ਸਕਦਾ ਹੈ ਕਿ ਡੈਂਸ ਕ੍ਰੌਪ ਹੋਵੇ, ਹੈ ਨਾ, ਅਤੇ ਵਾਈਲਡ ਬੂਟੀਆਂ ਅਲੱਗ ਤਰੀਕੇ ਦੀਆਂ ਹੋਣ। ਤਾਂ ਇਹ ਡਿਪੈਂਡ ਕਰਦਾ ਆ। ਫਿਰ ਨੈਕਸਟ ਜਿਹੜਾ ਟੋਪੋਗ੍ਰਾਫਿਕ ਫੈਕਟਰ ਹੈਗਾ ਉਹ ਹੈਗਾ ਸਟੀਪਨੈਸ ਆਫ ਦਾ ਮਾਊਂਟੇਨ। ਹੁਣ ਸਟੀਪਨੈਸ ਕਿਸੇ ਵੀ ਮਾਊਂਟੇਨ ਦੀ ਜਾਂ ਹਿੱਲ ਦੀ ਸਟੀਪਨੈਸ ਕੀ ਹੁੰਦਾ? ਡੂੰਘਾਈ, ਹੈ ਨਾ। ਅਤੇ ਜਿਹੜਾ ਪਾਣੀ ਆ ਉਹ ਸਲੋਪ 'ਤੇ ਜ਼ਿਆਦਾ ਨਹੀਂ ਰਹਿੰਦਾ, ਥੱਲੇ ਵੱਲ ਨੂੰ ਮੂਵ ਕਰਦਾ ਆ। ਤਾਂ ਇਹਦੇ ਨਾਲ ਕੀ ਹੁੰਦਾ ਆ, ਸਲੋਪ 'ਤੇ ਪਾਣੀ ਨਹੀਂ ਰੁਕਦਾ ਹੈਗਾ, ਲੋਸ ਆਫ ਵਾਟਰ ਛੇਤੀ ਹੋ ਜਾਂਦਾ ਆ। ਉੱਥੇ ਪਾਣੀ ਦੀ ਹੋ ਸਕਦਾ ਕਮੀ ਵੀ ਹੋ ਜਾਵੇ, ਅਤੇ ਜਿਹੜੀ ਟੋਪ ਸੋਇਲ ਆ ਉਸ ਪਾਣੀ ਨਾਲ ਬਹਿ ਵੀ ਜਾਂਦੀ ਆ, ਅਤੇ ਪੂਅਰ ਵੈਜੀਟੇਸ਼ਨ ਹੁੰਦੀ ਆ। ਲੇਕਿਨ ਔਨ ਦਾ ਅਦਰ ਹੈਂਡ ਪਲੇਨਸ ਹੋਇਆ, ਵੈਲੀਜ਼ ਹੋਈ, ਖਾਈਆਂ, ਉੱਥੇ ਉਹ ਰਿਚ ਇਨ ਵੈਜੀਟੇਸ਼ਨ ਹੁੰਦੀ ਹੈ। ਤੁਸੀਂ ਉਹ ਵੀ ਪਹਾੜਾਂ 'ਤੇ ਕਦੇ ਜਾਓ ਤਾਂ ਤੁਹਾਨੂੰ ਖਾਈ ਦੇ ਵਿੱਚ ਬਹੁਤ ਡੈਂਸ ਟਰੀਜ਼, ਗਰੀਨਰੀ ਜ਼ਿਆਦਾ ਦਿਖਦੀ ਹੈ ਐਜ਼ ਕੰਪੇਅਰ ਟੂ ਔਨ ਦਾ ਸਲੋਪ ਆਫ ਦਾ ਮਾਊਂਟੇਨ। ਤਾਂ ਉਹਦੀ ਕੁਛ ਵਜ੍ਹਾ ਹੈਗੀ ਆ ਕਿ ਪਾਣੀ ਨਹੀਂ ਰੁਕਦਾ ਹੈਗਾ, ਔਰ ਟੈਂਪਰੇਚਰ ਵੀ ਵੇਰੀ ਕਰਦਾ ਆ, ਮੋਇਸਚਰ ਵੇਰੀ ਕਰੂਗਾ, ਹਿਊਮਿਡਿਟੀ ਵੇਰੀ ਕਰੂਗੀ, ਤਾਂ ਇਰੋਜ਼ਨ ਉੱਥੇ ਜ਼ਿਆਦਾ ਹੁੰਦੀ ਹੈ। ਇਸ ਕਰਕੇ ਪੂਅਰ ਵੈਜੀਟੇਸ਼ਨ ਦੇਖਣ ਨੂੰ ਮਿਲਦੀ ਹੈ। ਜਿਵੇਂ ਜਿਵੇਂ ਥੱਲੇ ਆਈ ਜਾਓਗੇ ਪਲੇਨ ਏਰੀਆਜ਼ 'ਚ, ਤਾਂ ਉੱਥੇ ਪਾਣੀ ਘੱਟ ਖ਼ਤਮ ਹੁੰਦਾ ਆ, ਰੁਕ ਜਾਂਦਾ ਆ। ਸੋਇਲ ਜਿਹੜੀ ਆ ਕੁਝ ਸਮੇਂ ਤੱਕ ਰਿਟੇਨ ਕਰਕੇ ਰੱਖਦੀ ਹੈ ਸਰਫੇਸ ਵਾਟਰ ਨੂੰ। ਵਾਟਰ ਰਿਟੈਂਸ਼ਨ ਜ਼ਿਆਦਾ ਅੱਛਾ ਹੋਣ ਕਰਕੇ ਮੋਇਸਚਰ ਵੀ ਉੱਥੇ ਬਣਿਆ ਰਹਿੰਦਾ ਆ, ਤਦ ਕਰਕੇ ਉੱਥੇ ਅੱਛੀ ਵੈਜੀਟੇਸ਼ਨ ਹੁੰਦੀ ਹੈ, ਗੁੱਡ ਵੈਜੀਟੇਸ਼ਨ ਹੁੰਦੀ ਹੈ। ਤਾਂ ਬੇਟਾ ਇਹ ਛੋਟਾ ਜਿਹਾ ਟੌਪਿਕ ਸੀਗਾ ਸਾਡਾ ਟੋਪੋਗ੍ਰਾਫਿਕ ਫੈਕਟਰਸ। ਇਹ 'ਚ ਇਹੀ 2-3 ਫੈਕਟਰਸ ਆ, ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਅਗਰ ਬੁੱਕਸ 'ਚ ਨਹੀਂ ਮਿਲਿਆ ਤਾਂ ਜਿੰਨਾ 1-1.5 ਪੇਜ ਦਾ ਹੈਗਾ ਇੰਨਾ ਵੀ ਲਿਖਤਾ, ਇਹਦੇ ਵਿੱਚ ਵੀ ਤੁਹਾਨੂੰ ਫੁੱਲ ਮਾਰਕਸ ਮਿਲਣੇ ਆ। ਪੜ੍ਹ ਲਿਓ, ਨਹੀਂ ਸਮਝ ਆਈ ਜਿਹੜੀ ਚੀਜ਼ ਉਹ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।